ਅੱਛਾ, ਬਹੁਤ ਜ਼ਿਆਦਾ ਲੋਕ ਨਾ ਆਪਣੇ ਬੱਚਿਆਂ ਨੂੰ ਸਟੂਡੈਂਟ ਵੀਜ਼ੇ ਤੇ ਨਾ ਜਾਪਾਨ ਭੇਜਣਾ ਚਾਹੁੰਦੇ ਨੇ। ਮੇਰੇ ਨਾਲ ਉਸਮਾਨ ਰਫੀਕ ਹੈ ਤੇ ਇਹ ਰੀਸੈਂਟਲੀ ਸਟੂਡੈਂਟ ਵੀਜ਼ੇ ਤੇ ਜਾਪਾਨ ਆਇਆ। ਇਹਨੂੰ ਬਹੁਤ ਜ਼ਿਆਦਾ ਲਾਹੌਰ, ਪਾਕਿਸਤਾਨ, ਪੂਰੇ ਪੰਜਾਬ 'ਚ ਆਲਮੋਸਟ ਲੋਕ ਜਾਣਦੇ ਨੇ, ਬੜੀ ਦੇਰ ਦਾ ਵੀਡੀਓਜ਼ ਬਣਾਉਂਦਾ ਹੈ। ਤੇ ਇਹਦੇ ਕੋਲੋਂ ਅਸੀਂ ਪੁੱਛਨੇ ਆ ਕਿ ਇਹ ਬੱਚਾ ਜਿਹੜਾ ਹੈ ਇਹਨੇ ਕਦੋਂ ਸੋਚਿਆ, ਕਦੋਂ ਜਾਪਾਨ ਆਇਆ, ਕਿੰਨੇ ਇਹਦੇ ਪੈਸੇ ਲੱਗੇ। ਪਹਿਲਾ ਸਵਾਲ ਸਭ ਤੋਂ ਕਿ ਤੁਸੀਂ ਜਾਪਾਨ ਹੀ ਕਿਉਂ ਚੂਜ਼ ਕੀਤਾ? ਜਾਪਾਨ ਯਾਰ ਇਸੀ ਗੱਲ ਤੋਂ ਚੂਜ਼ ਕੀਤਾ ਸੀ, ਤਕਰੀਬਨ 2021-22 ਤੋਂ ਸੋਚਿਆ ਹੋਇਆ ਸੀ ਕਿ ਜਾਪਾਨ ਹੀ ਜਾਣਾ। ਘਰ ਵਾਲੇ ਵੀ ਕਹਿੰਦੇ ਸੀ, ਵੱਡਾ ਭਰਾ ਵੀ ਕਹਿੰਦਾ ਸੀ ਕਿ ਤੂੰ ਨਾ ਜਾਪਾਨ ਹੀ ਜਾ। ਤੇ ਬਸ ਫਿਰ ਉੱਥੋਂ ਹੀ ਜਿਹੜਾ ਹੈ ਨਾ ਮੇਰਾ ਵੀ ਮਾਈਂਡ ਸੈਟ ਹੋ ਗਿਆ, ਉਹੀ ਹੋ ਗਿਆ ਕਿ ਜਾਪਾਨ ਹੀ ਜਾਣਾ, ਜਾਪਾਨ ਹੀ ਜਾਣਾ। ਬਸ ਫਿਰ ਉਹਦੀ ਵਜ੍ਹਾ ਤੋਂ ਜਿਹੜਾ ਹੈ ਨਾ ਜਾਪਾਨ ਆਪਣੇ ਦਿਮਾਗ ਦੇ ਵਿੱਚ ਫਿੱਟ ਕਰ ਲਿਆ ਕਿ ਜਾਪਾਨ ਹੀ ਜਾਣਾ। ਓਕੇ, ਹੁਣ ਇਹਦਾ ਵੱਡਾ ਭਾਈ ਹੈ ਨਾ, ਇਹ ਗਾਲਬਨ ਤੁਹਾਡੇ ਕਜ਼ਨ ਨੇ, ਠੀਕ ਹੈ, ਤੇ ਉਹ ਮੇਰੇ ਨਾਲ ਰਾਬਤੇ ਸਨ। ਉਦੋਂ ਮੈਂ ਵੀ ਇੰਨਾ ਜ਼ਿਆਦਾ ਵੀਡੀਓਜ਼ ਨਹੀਂ ਸਾਂ ਬਣਾਉਂਦਾ, ਤੇ ਉਹ ਫੇਸਬੁੱਕ ਵਗੈਰਾ ਕਾਫੀ ਐਕਸਪਰਟ ਨੇ, ਵੇਚਦੇ ਨੇ, ਤੇ ਉਹਨਾਂ ਕੋਲੋਂ ਮੈਂ ਕਾਫੀ ਨਾ ਫੇਸਬੁੱਕ ਦੇ ਹਵਾਲੇ ਨਾਲ ਨੌਲੇਜ ਲੈਣਾ ਸਾਂ। ਤੇ ਉਹਨਾਂ ਨੇ ਉਸਮਾਨ ਦੇ ਬਾਰੇ 'ਚ ਮੈਨੂੰ ਕੁਝ ਸ਼ੇਅਰ ਕੀਤਾ, ਤੇ ਮੈਂ ਉਹਨਾਂ ਨੇ ਆਖਿਆ ਕਿ ਅਗਰ FA ਕਰ ਲਵੇ ਬੱਚਾ ਤੇ ਇਹਨੂੰ ਅਸੀਂ ਜਾਪਾਨ ਭੇਜਣਾ। ਤੇ ਮੈਂ ਉਹਨਾਂ ਨੂੰ ਸਾਰਾ ਗਾਈਡ ਕੀਤਾ ਜਿੰਨਾ ਮੈਨੂੰ ਹੋ ਸਕਦਾ ਸੀ, ਤੇ ਫਿਰ ਉਹਨਾਂ ਨੇ ਇਹਦਾ ਬੱਚੇ ਦਾ ਰੇਂਜ ਬਣਾਇਆ। ਮੈਂ ਇਹਨਾਂ ਕੋਲ ਸਵਾਲ ਕੀਤਾ ਸੀ ਕਿ ਜਾਪਾਨ ਹੀ ਦੇ ਬਾਰੇ ਤੁਸੀਂ ਕਿਉਂ ਸੋਚਿਆ, ਤੇ ਉਹਦੀ ਇੱਕ ਹੋਰ ਰੀਜ਼ਨ ਵੀ ਹੈ ਜਿਹੜੀ ਮੈਂ ਨੋਟ ਕੀਤੀ ਕਿ ਜਾਪਾਨ ਆਣਾ ਸਭ ਤੋਂ ਆਸਾਨ ਹੈ। ਜਾਪਾਨ ਏਸ਼ੀਆ ਦੇ ਵਿੱਚ ਇੱਕ ਇਕੱਲਾ ਹੀ ਐਸਾ ਬਿਹਤਰੀਨ ਕਿਸਮ ਦਾ ਮੁਲਕ ਹੈ ਕਿ ਜਿਹਦੇ ਵਿੱਚ ਆਣਾ ਵੀ ਆਸਾਨ ਹੈ, ਸੈਟਲਮੈਂਟ ਵੀ ਆਸਾਨ ਹੈ। ਸਟਰਗਲਸ ਪੂਰੀ ਦੁਨੀਆ ਦੇ ਵਿੱਚ ਹਰ ਜਿੱਥੇ ਵੀ ਤੁਸੀਂ ਜਾਓਗੇ ਉੱਥੇ ਹੋਣਗੀਆਂ, ਲੇਕਿਨ ਵੇਖੋ ਕਿ ਤੁਹਾਨੂੰ ਕੋਈ ਵੀਜ਼ੇ 'ਚ ਖੁਆਰੀ ਨਹੀਂ ਹੋਈ, ਠੀਕ ਹੈ। ਤੁਸੀਂ ਸਿਰਫ ਥੋੜੀ ਜਿਹੀ ਸਟੱਡੀ ਕੀਤੀ ਉੱਥੇ, ਤੁਸੀਂ ਕਿਸੇ ਜੈਪਨੀਜ਼ ਲੈਂਗੁਏਜ ਸਕੂਲ ਦੇ ਵਿੱਚ ਤੁਸੀਂ ਸਟੱਡੀ ਕੀਤੀ ਹੈ। ਉਸ ਤੋਂ ਬਾਅਦ ਤੁਸੀਂ ਇੱਥੇ ਕਿਸੇ ਸਕੂਲ 'ਚ ਇੰਟਰਵਿਊ ਦਿੱਤਾ ਹੈ। ਇੰਟਰਵਿਊ ਦੇਣ ਤੋਂ ਬਾਅਦ ਤੁਹਾਡਾ ਵੀਜ਼ਾ ਆਇਆ ਤੇ ਤੁਸੀਂ ਜਾਪਾਨ ਆ ਗਏ ਹੋ। ਬਾਕੀ ਸਟਰਗਲ ਬਾਅਦ ਦੀ, ਠੀਕ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿੰਨਾ ਟਾਈਮ ਲੱਗਾ ਸੀ ਜਾਪਾਨ ਆ, ਯਾਨੀ ਕਿ ਤੁਸੀਂ ਸੋਚਿਆ ਕਿ ਅੱਜ ਤੋਂ ਮੈਂ ਜਾਪਾਨੀ ਸਟੱਡੀ ਸ਼ੁਰੂ ਪੜ੍ਹਨੀ ਹੈ, ਤੇ ਕਿੰਨੀ ਦੇਰ ਬਾਅਦ ਤੁਸੀਂ ਜਾਪਾਨ ਪਹੁੰਚ ਗਏ? ਇਸ ਪ੍ਰੋਸੀਜਰ ਨੂੰ ਜਿਹੜਾ ਹੈ ਨਾ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ ਕਿੰਨਾ ਟਾਈਮ ਲੱਗਦੇ ਹੋ। ਇਸ ਪ੍ਰੋਸੀਜਰ ਨੂੰ ਜਿਹੜਾ ਹੈ ਨਾ 6 ਮਹੀਨੇ ਤੋਂ ਸਾਲ ਲੱਗਦਾ ਹੈ। ਜਿਸ ਤਰ੍ਹਾਂ ਤੁਸੀਂ ਜਲਦੀ ਹੱਥ ਪੈਰ ਚਲਾਈ ਜਾਓਗੇ, ਇਨਟੇਕ ਦੇਖੀ ਜਾਓਗੇ, ਇਨਟੇਕ ਦੇ ਮੁਤਾਬਿਕ ਚੱਲੀ ਜਾਓਗੇ, ਉਸ ਹਿਸਾਬ ਨਾਲ ਤੁਸੀਂ ਜਲਦੀ ਜਾਪਾਨ ਪਹੁੰਚ ਜਾਓਗੇ। ਓਕੇ, ਯਾਨੀ ਕਿ ਇਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਕਿ ਅਗਰ ਤੁਸੀਂ ਡਿਸਾਈਡ ਕਰਦੇ ਹੋ ਤੇ ਉਦੋਂ ਦਾਖਲੇ ਚੱਲ ਰਹੇ ਨੇ, ਕਿਉਂਕਿ ਸਾਲ ਦੇ ਵਿੱਚ ਅਮੂਮਨ 2 ਤੋਂ 3 ਦਫਾ ਦਾਖਲੇ ਹੁੰਦੇ ਨੇ ਜਾਪਾਨ ਦੇ ਸਕੂਲਾਂ ਦੇ ਵਿੱਚ। ਤੇ ਤੁਹਾਡੀ ਕਿਸਮਤ ਅਗਰ ਚੰਗੀ ਹੈ, ਤੁਸੀਂ ਆਲਰੇਡੀ ਜਾਪਾਨੀ ਸਿੱਖਣਾ ਸ਼ੁਰੂ ਕੀਤੀ ਹੋਈ ਸੀ ਤੇ ਤੁਹਾਡਾ ਦਾਖਲਾ ਵੀ ਉਸ ਮਹੀਨੇ ਦੇ ਅੰਦਰ ਹੋ ਗਿਆ, ਯਾਨੀ ਕਿ ਫਾਸਟੈਸਟ ਟਾਈਮ ਜਿਹੜਾ ਉਹ 6 ਮਹੀਨੇ ਵੇ, ਤੇ 6 ਮਹੀਨੇ ਤੋਂ ਲੈ ਕੇ 1.5 ਸਾਲ ਤੱਕ ਵੀ ਤੁਹਾਨੂੰ ਲੱਗ ਸਕਦਾ ਹੈ, ਤੁਹਾਡੇ ਕੇਸ ਤੇ ਡਿਪੈਂਡ ਕਰਦਾ ਹੈ, ਠੀਕ ਹੈ। ਤੇ ਸਕੂਲ ਜਿਹੜੇ ਸਕੂਲ ਦੇ ਥਰੂ ਤੁਸੀਂ ਆ ਰਹੇ ਹੋ, ਉਹਨਾਂ ਦੇ ਕੋਲ ਕਿੰਨੇ ਬੱਚੇ ਯਾਨੀ ਕਿ ਅੱਗੇ ਦਾਖਲਾ ਕਰਾਉਣ ਦੀ ਕਪੈਸਿਟੀ ਹੈ, ਉਹ ਵੀ ਮੈਟਰ ਕਰਦਾ ਹੈ। ਅੱਛਾ, ਹੁਣ ਤੁਸੀਂ ਇਹ ਦੱਸੋ ਕਿ ਟੋਟਲ ਤੁਹਾਡਾ ਕਿੰਨਾ ਖਰਚਾ ਆਇਆ ਹੈ? ਮੇਰਾ ਜਾਪਾਨ ਆਉਣ ਦਾ ਯਾਰ Day 1 ਤੋਂ ਲੈ ਕੇ ਜਾਪਾਨ ਆਉਣ ਤੱਕ ਟੋਟਲ A to Z ਖਰਚੇ ਮਿਲਾ ਕੇ ਜਿਹੜਾ ਨਾ 35 ਲੱਖ ਰੁਪਇਆ ਖਰਚਾ ਆਇਆ, ਸਿੱਧਾ 35 ਲੱਖ ਆਇਆ, ਯਾਨੀ ਕਿ ਤੁਸੀਂ ਜਿੱਥੋਂ ਸਟੱਡੀ ਤੋਂ ਲੈ ਕੇ ਟਿਕਟ ਤੇ ਸਾਰਾ ਕੁਝ, ਸਕੂਲ ਦੀ ਫੀਸ, ਸ਼ਾਪਿੰਗ, ਜੋ ਸਭ ਮਿਲਾ ਕੇ ਨਾ, ਠੀਕ ਹੈ। ਇਹ ਤੇ ਹੁਣ ਕੋਈ ਬੰਦਾ ਮਤਲਬ ਹੈ ਕਿ ਮਿਸਗਾਈਡ ਨਾ ਹੋ ਜਾਏ ਕਿ 35 ਲੱਖ ਸਿਰਫ ਕੇ ਸਟੱਡੀ ਵੀਜ਼ੇ ਤੇ ਖਰਚਾ ਆ ਰਿਹਾ। ਟੋਟਲ ਉਹਨੇ ਖਰਚਾ ਦੱਸਿਆ Day 1 ਤੋਂ ਲੈ ਕੇ ਜਾਪਾਨ ਆਉਣ ਤੱਕ। ਤੇ ਯਾਰ 35 ਲੱਖ ਰੁਪਏ ਮੇਰਾ ਖਰਚਾ ਇਸ ਤਰ੍ਹਾਂ ਆਇਆ ਕਿ ਇਹ ਨਾ ਹੁਣ ਤੇ ਸਕੂਲ ਦੇ ਉੱਪਰ ਡਿਪੈਂਡ ਕਰਦਾ ਤੁਸੀਂ ਕਿਹੜੇ ਸ਼ਹਿਰ 'ਚ ਜਾ ਰਹੇ ਹੋ, ਕਿਹੜੇ ਸਕੂਲ 'ਚ ਤੁਹਾਡਾ ਦਾਖਲਾ ਹੋ ਰਿਹਾ। ਕਿਸੇ ਸਕੂਲ ਦੀ ਫੀਸ ਜਿਹੜਾ ਨਾ 18 ਲੱਖ ਹੁੰਦੀ ਹੈ, ਕਿਸੇ ਦੀ 14 ਲੱਖ ਹੁੰਦੀ ਹੈ, ਤੇ ਕਿਸੇ ਦੀ 22 ਲੱਖ ਹੁੰਦੀ ਹੈ। ਐਨੀ ਹੋਂਗੋ ਜਿਹੜੇ ਜੈਪਨੀਜ਼ ਲੈਂਗੁਏਜ ਸਕੂਲ ਹੈਗੇ ਨੇ ਨਾ, ਉਹਨਾਂ ਦੀ ਫੀਸਾਂ ਵੀ ਡਿਫਰੈਂਟ ਹੈਗੀ ਹੈ। ਅਗਰ ਤੁਸੀਂ ਮੇਨ ਸਿਟੀ 'ਚ ਜਾ ਰਹੇ ਹੋ ਉਹਦੀ ਜ਼ਿਆਦਾ ਹੋਏਗੀ, ਅਗਰ ਤੁਸੀਂ ਮੇਨ ਸਿਟੀ ਤੋਂ ਹਟ ਕੇ ਜਾ ਰਹੇ ਹੋ ਉਹਦੀ ਥੋੜੀ ਘੱਟ ਹੋਏਗੀ। ਤੇ ਇਸ ਤਰ੍ਹਾਂ ਜਿਹੜਾ ਹੈ ਨਾ ਸਕੂਲਾਂ ਦਾ ਤੇ ਸ਼ਹਿਰਾਂ ਦਾ ਹਿਸਾਬ ਹੁੰਦਾ। ਉਸ ਹਿਸਾਬ ਨਾਲ ਅਗਰ ਤੁਸੀਂ ਦੇਖੋ ਤੇ ਤੁਹਾਡਾ ਜਿਹੜਾ 28 ਲੱਖ ਵੀ ਆ ਸਕਦਾ, 30 ਲੱਖ ਵੀ ਆ ਸਕਦਾ, 25 ਲੱਖ ਵੀ ਆ ਸਕਦਾ, ਤੇ 32 ਲੱਖ ਵੀ ਆ ਸਕਦਾ ਖਰਚਾ। ਜਦੋਂ ਮੈਂ ਸਟਾਰਟ ਕੀਤਾ ਸੀ ਨਾ, ਮੇਰੇ ਦਿਮਾਗ 'ਚ ਹੈਗਾ ਸੀ ਘਰ ਵਾਲਿਆਂ ਦੇ ਕਿ 25 ਲੱਖ ਲੱਗੇਗਾ ਤੇ ਜਾਪਾਨ 'ਚ ਅਸੀਂ ਪਹੁੰਚ ਜਾਵਾਂਗੇ। ਲੇਕਿਨ ਦੇਖੋ ਖਰਚੇ ਵੱਧਦੇ ਗਏ। ਫੀਸ ਜਦੋਂ ਆਈ ਸਕੂਲ ਦੀ ਫਿਰ ਪਤਾ ਚੱਲਿਆ ਕਿ ਇਸ ਤਰ੍ਹਾਂ ਵੀ ਹੁੰਦਾ। ਠੀਕ ਹੈ, ਯਾਨੀ ਕਿ ਜਿਹਨੇ ਜਾਪਾਨ ਸਟੱਡੀ ਲੈਂਗੁਏਜ ਤੇ ਆਣਾ ਹੈ ਉਹ ਤਕਰੀਬਨ 30 ਤੋਂ 40 ਦੇ ਦਰਮਿਆਨ ਆਪਣਾ ਜ਼ੇਨ 'ਚ ਰੱਖੇ। ਹੁਣ ਇਸ ਦੌਰ ਦੇ ਵਿੱਚ ਤਕਰੀਬਨ ਉਹਨੂੰ ਅਗਰ ਕੋਈ ਕਵੇ ਘੱਟ ਲੱਗਦਾ, ਵੱਧ ਲੱਗਦਾ, ਉਹ ਉਹਦੀ ਕਿਸਮਤ ਹੈ। ਉਹ ਕਿਹੜੇ ਸਕੂਲ 'ਚ ਦਾਖਲਾ ਲੈ ਰਿਹਾ ਹੈ, ਕਿਹਦੇ ਜ਼ਰੀਏ ਆ ਰਿਹਾ ਹੈ, ਠੀਕ ਹੈ। ਹਰ ਇੱਕ ਚੀਜ਼ ਵਿੱਚ ਮੈਟਰ ਕਰਦੀ ਕਿਹੜੇ। ਉਹ ਤੁਹਾਡੀ ਗੱਲ ਸਹੀ ਹੈ ਕਿ
ਵੱਡੇ ਸ਼ਹਿਰਾਂ ਦੇ ਸਕੂਲ ਥੋੜੇ ਮਹਿੰਗੇ, ਉਹਨਾਂ ਦੀ ਫੀਸ ਜ਼ਿਆਦਾ ਹੈ। ਛੋਟੇ ਸ਼ਹਿਰ ਨੇ, ਉੱਥੇ ਛੋਟੇ ਸ਼ਹਿਰ ਜਾਓ, ਉਹ ਉੱਥੇ ਆਪਣੇ ਮਸਲੇ ਨੇ, ਉੱਥੇ ਤੁਹਾਨੂੰ ਕੰਮ ਨਹੀਂ ਮਿਲੇਗਾ। ਯਾਨੀ ਕਿ ਅਗਰ ਤੁਸੀਂ ਪੈਸੇ ਜ਼ਿਆਦਾ ਖਰਚ ਰਹੇ ਹੋ ਤਾਂ ਤੁਹਾਨੂੰ ਸਹੂਲਤਾਂ ਵੀ ਸ਼ਾਇਦ ਜ਼ਿਆਦਾ ਮਿਲ ਜਾਣ। ਕੋਈ ਸ਼ੱਕ ਨਹੀਂ, ਵੱਡੇ ਸ਼ਹਿਰ 'ਚ ਜ਼ਿਆਦਾ ਫੀਸ ਦੇ ਕੇ ਆਓਗੇ, ਉੱਥੇ ਜੌਬ ਜਲਦੀ ਮਿਲੇਗੀ ਤੁਹਾਨੂੰ, ਉੱਥੇ ਤੁਹਾਡੀ ਸੈਟਲਮੈਂਟ ਦੇ ਜ਼ਿਆਦਾ ਚਾਂਸ ਸੈਲਰੀ ਜ਼ਿਆਦਾ ਹੋਏਗੀ। ਇੱਥੇ ਹੁਣ ਮੇਰੇ ਇਲਾਕੇ ਚੱਲਦੀ ਪਈ 1050-60। ਉਹਦੇ ਬਾਰੇ 'ਚ ਮੈਂ ਤੁਹਾਨੂੰ ਪੁੱਛਣ ਲੱਗਾ, ਅਗਲਾ ਸਵਾਲ ਇਹ ਸੀ ਕਿ ਤੁਸੀਂ ਇੱਥੇ ਆ ਗਏ ਤੇ ਸਕੂਲ ਤੁਸੀਂ ਸਟੱਡੀ ਸ਼ੁਰੂ ਕਰ ਦਿੱਤੀ ਜਾਪਾਨ ਦੇ ਵਿੱਚ ਨਾ, ਤੇ ਤੁਹਾਨੂੰ ਕਿੰਨੀ ਦੇਰ ਬਾਅਦ ਜੌਬ ਮਿਲ ਗਈ ਸੀ ਪਹਿਲੀ? ਮੈਨੂੰ ਪਹਿਲੀ ਜੌਬ ਤਕਰੀਬਨ ਜਿਹੜਾ ਹੈ ਨਾ 20 ਦਿਨ ਬਾਅਦ ਮਿਲ ਗਈ ਸੀ। 20 ਦਿਨ ਬਾਅਦ ਮੈਨੂੰ ਜੌਬ ਮਿਲ ਗਈ ਸੀ ਉੱਥੇ। ਅੱਛਾ, ਮਾਸ਼ਾਅੱਲਾ, ਬੜੀ ਜਲਦੀ। ਹੁਣ ਇਹਦੇ ਵਿੱਚ ਵੀ ਕਈ ਚੀਜ਼ਾਂ ਨੇ, ਕਈ ਬੱਚੇ ਐਸੇ ਨੇ ਕਿ ਜਿਨ੍ਹਾਂ ਨੂੰ 3-3 4-4 ਮਹੀਨੇ ਵੀ ਜੌਬ ਨਹੀਂ ਮਿਲਦੀ, 6-6 ਮਹੀਨੇ ਨਹੀਂ ਮਿਲਦੀ। ਉਹਦੇ ਵਿੱਚ ਮੈਂ ਥੋੜੀ ਚੀਜ਼ਾਂ ਐਡ ਕਰਾਂਗਾ। ਕਈ ਬੱਚੇ ਜਿਹੜੇ ਨਾ ਉਹ ਹੱਡ ਹਰਾਮੀ ਦਾ ਵੀ ਕੰਮ ਉਹਨਾਂ ਨੇ ਫੜ ਲੈਣਾ। ਉਹਨਾਂ ਨੂੰ ਪਹਿਲੀ ਜੌਬ ਜਦੋਂ ਮਿਲਦੀ ਹੈ ਨਾ ਤੇ ਉਹ ਕਹਿੰਦੇ ਨੇ ਕਿ ਮੈਂ ਨਹੀਂ ਇਹ ਕਰ ਸਕਦਾ, ਮੈਂ ਕੋਈ ਹੋਰ ਜੌਬ ਲੱਭਣੀ ਹੈ। ਉਦੋਂ ਫਿਰ ਅਗਲੀ ਜੌਬ ਉਹਨਾਂ ਨੂੰ 3 ਮਹੀਨੇ ਹੀ ਨਹੀਂ ਲੱਭਦੀ, ਲੇਕਿਨ ਪਹਿਲੀ ਜ਼ਰੂਰ ਮਿਲਦੀ, ਉਹਨਾਂ ਨੂੰ ਜਲਦੀ ਮਿਲ ਜਾਂਦੀ ਹੈ। ਲੇਕਿਨ ਉਹਦੇ ਵਿੱਚ ਇਹ ਹੁੰਦਾ ਹੈ ਕਿ ਜਾਪਾਨ ਦੇ ਵਿੱਚ ਇਹ ਅਸੂਲ ਹੈ, ਜਿਹੜੇ ਵੀ ਬੱਚੇ ਨਵੇਂ ਆਏ ਨੇ ਜਾਂ ਜਿਨ੍ਹਾਂ ਨੇ ਆਣਾ ਹੈ, ਮੇਰੀ ਇਹ ਵੀਡੀਓ ਵੇਖ ਰਹੇ ਨੇ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਪਹਿਲੀ ਤੁਹਾਨੂੰ ਜਿਹੜੀ ਮਰਜ਼ੀ ਜੌਬ ਮਿਲੇ ਉਹਨੂੰ ਫੜ ਲੈਣਾ, ਉਹਨੂੰ ਗ੍ਰੈਬ ਕਰ ਲੈਣਾ। ਉਸ ਪਹਿਲੀ ਜੌਬ ਨੂੰ ਉਦੋਂ ਛੱਡਣਾ ਹੈ ਜਦੋਂ ਦੂਜੀ ਜੌਬ ਤੁਹਾਨੂੰ ਮਿਲ ਜਾਏ। ਜਾਪਾਨ ਦੇ ਵਿੱਚ ਇਸ ਗੱਲ ਨੂੰ ਬਹੁਤ ਜ਼ਿਆਦਾ ਅਹਿਮੀਅਤ ਹੈ। ਪੁਰਾਣੇ ਲੋਕ ਜਿਹੜੇ ਨੇ ਉਹ ਇਹ ਕਹਿੰਦੇ ਵੀ ਨੇ, ਅਕਸਰ ਮੈਂ ਵੀ ਇਹ ਗੱਲ ਸੁਣੀ ਜਦੋਂ ਮੈਂ ਨਵਾਂ ਸਾਂ, ਕਿ ਤੁਸੀਂ ਪੁਰਾਣੀ ਜੌਬ ਉਦੋਂ ਛੱਡਣੀ ਹੈ ਜਦੋਂ ਤੁਹਾਨੂੰ ਨਵੀਂ ਜੌਬ ਮਿਲ ਜਾਏ। ਤੁਸੀਂ ਕੋਸ਼ਿਸ਼ ਅਗਰ 6 ਮਹੀਨੇ ਕੋਸ਼ਿਸ਼ ਕਰਦੇ ਰਹੇ ਹੋ ਤੇ ਤੁਸੀਂ ਅਗਰ ਪੁਰਾਣੀ ਜੌਬ ਵੀ ਛੱਡ ਦਿੱਤੀ ਤੇ ਸਮਝੋ 6 ਮਹੀਨੇ ਤੁਸੀਂ ਬੇਰੁਜ਼ਗਾਰ ਹੋ ਗਏ। ਤੇ ਤੁਸੀਂ ਪੁਰਾਣੀ ਜੌਬ ਨਹੀਂ ਛੱਡਣੀ, ਨਵੀਂ ਜੌਬ ਪੱਕੀ ਕਰਕੇ ਪੁਰਾਣੀ ਜੌਬ ਤੋਂ ਛੁੱਟੀਆਂ ਲੈਣੀਆਂ ਨੇ ਕਿ ਮੇਰੀ ਤਬੀਅਤ ਖਰਾਬ ਹੈ, ਬਹਾਨਾ ਲਾਣਾ, ਕੁਝ ਵੀ ਲਾਣਾ, ਮੈਂ ਨਹੀਂ ਆ ਸਕਦਾ, ਇਹ ਉਹ, ਉੱਥੋਂ ਨਾ ਨਹੀਂ ਕਟਾਣਾ। ਇਨ ਕੇਸ ਤੁਹਾਨੂੰ ਨਵੀਂ ਜੌਬ ਤੁਸੀਂ ਸ਼ੁਰੂ ਵੀ ਕਰਦੇ ਹੋ, ਤੁਹਾਨੂੰ ਪਸੰਦ ਨਹੀਂ ਆਉਂਦੀ, ਤੁਸੀਂ ਪੁਰਾਣੀ ਤੇ ਵਾਪਸ ਆਓਗੇ, ਪੁਰਾਣੀ ਤੇ ਵਾਪਸ ਆ ਜਾਓਗੇ। ਇਸ ਵਜ੍ਹਾ ਤੋਂ ਇਹ ਬੜਾ ਵੱਡਾ ਟ੍ਰਿਕ ਹੈ ਕਿ ਪੁਰਾਣੀ ਜੌਬ ਉਦੋਂ ਛੱਡਣੀ ਜਦੋਂ ਨਵੀਂ ਜੌਬ ਤੇ ਪੱਕੇ ਹੋ ਜਾਓ, ਜਾਣਾ ਸ਼ੁਰੂ ਹੋ ਜਾਓ। ਹੁਣ ਤੁਹਾਡਾ 2 ਸਾਲ ਦਾ ਸਟੱਡੀ ਹੈ ਨਾ, ਤੇ ਉਸ ਤੋਂ ਬਾਅਦ ਤੁਹਾਡਾ ਕੀ ਪ੍ਰੋਗਰਾਮ ਹੈ ਇੱਥੇ? 2 ਸਾਲ ਇੱਥੋਂ ਪਹਿਲੇ ਤੇ ਕਰਾਂਗੇ, 1.5 ਸਾਲ ਜਿਹੜਾ ਹੈ ਨਾ ਲੈਂਗੁਏਜ ਪੱਕੀ ਕਰਾਂਗੇ, ਫਿਰ ਉਸ ਤੋਂ ਬਾਅਦ ਸੈਨਮੰਗਾਕੂ ਜਾਵਾਂਗੇ। ਕੋਈ ਇਹਨਾਂ ਜਿਹੜੇ ਕੋਰਸ ਹੈਗੇ ਨੇ ਇੱਕ ਦਾ ਸਿਲੈਕਟ ਕਰਕੇ ਉਹਨੂੰ 2 ਤੋਂ 2.5 ਸਾਲ ਪੜਾਂਗੇ, ਫਿਰ ਉਸ ਤੋਂ ਬਾਅਦ ਜੋਬ ਕਰਾਂਗੇ। ਜਾਪਾਨ ਦੀ ਸਟੱਡੀ ਦਾ ਇੱਕ ਪੈਟਰਨ ਹੈ ਵੇ ਕਿ ਤੁਸੀਂ ਜਦੋਂ 2 ਸਾਲ ਚ ਆਉਂਦੇ ਹੋ, ਜਿਸ ਤਰ੍ਹਾਂ ਕਿ ਮੈਂ ਪਹਿਲੇ ਥੋੜਾ ਜਿਹਾ ਦੱਸਿਆ ਸੀ ਕਿ ਅਗਰ ਤੁਸੀਂ FA ਹੋ ਤੇ ਤੁਹਾਨੂੰ ਲਾਜ਼ਮੀ ਜਿਹੜਾ ਨਾ ਕਿ ਯੂਨੀਵਰਸਿਟੀ ਜਾਣਾ ਪਏਗਾ, ਤੁਹਾਨੂੰ ਜੌਬ ਨਹੀਂ ਮਿਲੇਗੀ। ਅਗਰ ਤੁਸੀਂ BA ਕੀਤਾ ਹੋਇਆ ਹੈ ਤੇ ਤੁਸੀਂ ਲੈਂਗੁਏਜ ਪੜ੍ਹਨ ਤੋਂ ਫੌਰਨ ਬਾਅਦ ਜੌਬ ਵਾਲੇ ਪਾਸੇ ਜਾ ਸਕਦੇ ਹੋ ਅੱਗੇ, ਕਿਉਂਕਿ ਲੋਕ ਪੁੱਛਣਗੇ ਨਾ ਕਿ ਅੱਗੇ ਫਿਊਚਰ ਕੀ ਹੈ, ਤੇ ਤੁਸੀਂ ਜੌਬ ਕਰ ਸਕਦੇ ਹੋ। ਤੇ ਈਵਨ ਕਿ ਤੁਸੀਂ ਅਗਰ ਗ੍ਰੈਜੂਏਟ ਹੋ ਤਾਂ ਤੁਸੀਂ ਆਪਣੀ ਕੰਪਨੀ ਵੀ ਬਣਾ ਸਕਦੇ ਹੋ, ਠੀਕ ਹੈ। ਤੇ ਮਤਲਬ ਉਹੀ ਗੱਲ ਹੈ ਕਿ ਡਿਗਰੀ ਜਿਹੜੀ ਹੈ ਉਹ ਬੜਾ ਮੈਟਰ ਕਰਦੀ ਹੈ। ਤੇ ਜਿਹੜੇ ਬੰਦੇ BA ਨੇ, ਅਗਰ ਤੁਹਾਡਾ ਥੋੜਾ ਜਿਹਾ ਟਾਈਮ ਤੁਹਾਨੂੰ ਹੈ, ਤੁਹਾਡੇ ਕੋਲ ਤੁਸੀਂ ਪੈਸੇ ਇਕੱਠੇ ਕਰ ਰਹੇ ਹੋ ਜਾਪਾਨ ਆਉਣ ਵਾਸਤੇ, ਤੇ ਤੁਸੀਂ ਕਮ ਸੇ ਕਮ ਉੱਥੋਂ ਦੀ ਸਟੱਡੀ ਨਾ ਛੱਡੋ, BA ਦੇ ਇਮਤਿਹਾਨ ਦੇ ਲਓ। ਭਾਵੇਂ ਰਿਜ਼ਲਟ ਨਹੀਂ ਆਇਆ, ਜਦੋਂ ਤੁਸੀਂ FA ਬੇਸ ਇੱਥੇ ਆ ਜਾਓਗੇ, ਪਿੱਛੋਂ ਤੁਹਾਡਾ BA ਕਲੀਅਰ ਹੋ ਜਾਏਗਾ ਨਾ, ਉਹ ਡਿਗਰੀ ਫਿਰ ਤੁਹਾਨੂੰ ਕੰਮ ਆ ਜਾਏਗੀ। ਡਿਗਰੀ ਇਜ਼ ਵੈਰੀ ਇੰਪੋਰਟੈਂਟ, ਮੈਂ ਬਾਰ-ਬਾਰ ਡਿਗਰੀ ਤੇ ਜ਼ੋਰ ਦੇ ਰਿਹਾ ਹਾਂ, ਠੀਕ ਹੈ ਜੀ। ਇਹ ਜਿਹੜਾ ਨਾ ਕਿ ਇੱਕ ਪੂਰਾ ਤੁਹਾਨੂੰ ਪੈਟਰਨ ਦੱਸ ਦਿੱਤਾ ਹੈ ਕਿ ਸਟੱਡੀ ਵੀਜ਼ੇ ਤੇ ਕਿਸ ਤਰ੍ਹਾਂ ਆਇਆ ਜਾਂਦਾ ਹੈ, ਕਿੰਨਾ ਖਰਚਾ ਲੱਗਦਾ ਹੈ, ਤੇ ਇਹ ਬੱਚਾ ਤੁਹਾਡੇ ਸਾਹਮਣੇ ਸਰਵਾਈਵ ਕਰ ਰਿਹਾ ਹੈ, ਠੀਕ ਹੈ। ਤੇ ਇਹਨਾਂ ਦਾ ਘਰ ਤੁਹਾਨੂੰ ਥੋੜੀ ਦੇਰ ਪਹਿਲੇ ਮੈਂ ਵਿਖਾਇਆ ਸੀ, ਉੱਥੇ 4 ਬੰਦੇ ਨੇ ਆਪਣਾ ਰਹਿ ਰਹੇ ਨੇ ਡਿਵਾਈਡ ਕਰਕੇ, ਤੇ ਮਾਸ਼ਾਅੱਲਾ ਗੁਜ਼ਾਰਾ ਚੱਲ ਰਿਹਾ ਹੈ, ਠੀਕ ਹੈ। ਪਹਿਲੇ ਦਿਨ ਤੋਂ ਹੀ ਸ਼ੁਕਰ ਅਲਹਮਦੁਲਿਲਾ ਜੌਬ ਮਿਲ ਗਈ ਹੈ, ਸਾਰਾ ਕੁਝ। ਇੱਥੇ ਬੰਦੇ ਬਹੁਤ ਜ਼ਿਆਦਾ ਸਪੋਰਟਿਵ ਨੇ, ਹੈ ਬਹੁਤ ਜ਼ਿਆਦਾ। ਮੈਂ ਨਹੀਂ ਕਹਿੰਦਾ ਮੈਂ ਪਾਕਿਸਤਾਨੀ ਆ ਨਾ, ਮੈਂ ਇਹਨੂੰ ਮਿਲਣ ਆ ਗਿਆ ਵਾਂ, ਇਹ ਮੈਨੂੰ ਮਿਲਣ, ਇਹ ਕਿਸੇ ਹੋਰ ਨੂੰ ਮਿਲਣ ਚਲਾ ਜਾਏਗਾ। ਪਾਕਿਸਤਾਨੀ ਜਿਹੜੇ ਨੇ ਉਹ ਜਿਹੜਾ ਨਾ ਕਿ ਜ਼ਿਆਦਾਤਰ ਬਹੁਤ ਜ਼ਿਆਦਾ ਹੀ ਸੋਚ ਲੈਂਦੇ ਨੇ ਕਿ ਸਾਰੇ ਹੀ ਭੈੜੇ ਨੇ। ਸਾਰੇ ਭੈੜੇ ਨਹੀਂ ਹੁੰਦੇ। ਮੈਂ ਅਗਰ ਕਿਸੇ 1-2 ਬੰਦਿਆਂ ਨੂੰ ਕਹਿਣਾ ਵੀ ਆ ਨਾ ਤੇ ਉਹ ਸਿਰਫ ਅਵੇਅਰਨੈਸ ਵਾਸਤੇ ਕਹਿਣਾ, ਲੇਕਿਨ ਮੇਰਾ ਪਰਸਨਲ ਤਜਰਬਾ ਇਹ ਹੀ ਹੈ ਕਿ ਅਸੀਂ ਬਹੁਤ ਜ਼ਿਆਦਾ ਇੱਕ ਦੂਜੇ ਦੀ ਹੈਲਪ ਵੀ ਕਰਨੇ ਆ, ਠੀਕ ਹੈ। ਤੇ ਦੂਸਰਾ ਮੈਂ ਬਾਰ-ਬਾਰ ਕਹਿਣਾ ਵਾ ਕਿ ਅਗਰ ਤੁਸੀਂ ਅੱਛੇ ਹੋ ਨਾ, ਜਿਹੜੀ ਤੁਸੀਂ ਸੋਬਤ ਚ ਬਹੋਗੇ ਤੁਹਾਨੂੰ ਉਸੇ ਤਰ੍ਹਾਂ ਦੇ ਬੰਦੇ ਲੱਭਣਗੇ ਨਾ, ਠੀਕ ਹੈ। ਕਿੰਨੇ 6 ਮਹੀਨੇ ਹੋ ਗਏ? 5 ਮਹੀਨੇ। ਹਾਂ, ਤੇ 5 ਮਹੀਨੇ ਚ ਕੋਈ ਤੈਨੂੰ ਭੈੜਾ ਬੰਦਾ ਟੱਕਰਿਆ? ਬੜੇ ਟੱਕਰੇ। ਕੋਈ ਨੁਕਸਾਨ ਹੋਇਆ? ਨਹੀਂ, ਨੁਕਸਾਨ ਨਹੀਂ ਹਲੇ, ਕਿਉਂਕਿ ਤੂੰ ਉਹਨਾਂ ਚ ਭੱਜ ਕੇ ਗਿਆ ਨਹੀਂ ਨਾ, ਉਹਨਾਂ ਚ ਵੜਿਆ ਨਹੀਂ, ਮੈਂ ਪਿੱਛੇ ਆ ਗਿਆ ਸੀ। ਤੂੰ ਉਹਨਾਂ ਤੋਂ ਹਟਿਆ ਤੇ ਤੂੰ ਅੱਛੇ ਬੰਦੇ ਲੱਭਣਾ ਸ਼ੁਰੂ ਕਰ ਦੇ। ਮਿਲ ਗਏ ਸੀ, ਮਿਲ ਗਏ ਨੇ ਅੱਛੇ ਬੰਦੇ, ਮਿਲ ਰਹੇ ਨਾ। ਬਸ ਇਹੀ ਗੱਲ ਹੈ ਕਿ ਭੈੜੇ ਬੰਦੇ ਟੱਕਰਦੇ ਨੇ, ਤੁਸੀਂ ਉਹਨਾਂ ਨਾਲ ਰਾਬਤਾ ਹੀ ਨਹੀਂ ਕਰਨਾ, ਉਹਨਾਂ ਨਾਲ ਤੁਸੀਂ ਉਹਨਾਂ ਦੇ ਚੰਗਲ ਚ ਫਸਣਾ ਹੀ ਨਹੀਂ, ਠੀਕ ਹੈ। ਜਿਹੜੇ ਅੱਛੇ ਬੰਦੇ ਮਿਲਦੇ ਨੇ ਉਹਨਾਂ ਨਾਲ ਆਪਣੇ ਤਾਲੁਕ ਬਣਾਓ। ਤੇ ਇਹਨਾਂ ਬੇਵਕੂਫ ਕੋਈ ਵੀ ਨਹੀਂ ਹੈ ਕਿ ਕਿਸੇ ਨੂੰ 1-2 ਮੁਲਾਕਾਤਾਂ ਚ ਪਤਾ ਨਾ ਲੱਗੇ ਯਾਰ ਇਹ ਬੰਦਾ ਕਿਹੋ ਜਿਹਾ, ਠੀਕ ਹੈ। ਅੱਛੇ ਬੰਦੇ ਦੇ ਵਿੱਚੋਂ ਤੁਹਾਨੂੰ ਅੱਛੀ ਵਾਈਬ ਆ ਜਾਂਦੀ ਹੈ, ਭੈੜੇ ਬੰਦੇ ਚੋਂ ਭੈੜੀ ਵਾਈਬ ਆ ਜਾਂਦੀ ਹੈ, ਕੋਈ ਸ਼ੱਕ ਨਹੀਂ, ਠੀਕ ਹੈ। ਤੇ ਬਾਕੀ ਇਨਸਾਨ ਸਾਰੀ ਉਮਰ ਸਿੱਖਦਾ ਹੈ, ਸੁਭਾਨ ਅੱਲਾਹ। ਹਾਂ, ਲੇਕਿਨ ਇਹ ਵੇ ਕਿ ਮਿਲ ਜੁਲ ਕੇ ਰਹੋ। ਮੇਰਾ ਇਹ ਥੀਮ ਹੈ ਕਿ ਤੁਸੀਂ ਮਿਲ ਜੁਲ ਕੇ ਰਹੋ,
ਕਿਉਂਕਿ ਅਸੀਂ ਜਿਵੇਂ ਇੱਕ ਦੂਜੇ ਦੀ ਮਦਦ ਕਰ ਸਕਦੇ ਆ ਕਮਿਊਨਿਟੀ ਵਾਈਜ਼, ਉਹ ਕਰਾਂਗੇ। ਕੋਈ ਹੋਰ ਸਾਡਾ ਜਾਪਾਨੀ ਜਾਂ ਦੂਸਰੀ ਤੀਸਰੀ ਨੈਸ਼ਨੈਲਿਟੀ ਦਾ ਬੰਦਾ ਮਦਦ ਨਹੀਂ ਕਰ ਨਹੀਂ ਸਕਦਾ। ਕਰਦਾ, ਉਹ ਪਹਿਲੇ ਆਪਣਿਆਂ ਨੂੰ ਸੈੱਟ ਕਰਦੇ ਨੇ ਭਾਈ। ਇੱਥੇ ਨੇਪਾਲੀਆਂ ਦਾ ਲਾ ਲਓ, ਅਸੀਂ ਉਹਨਾਂ ਜਾ ਕੇ ਤਰਲੇ ਪਾਵਾਂਗੇ ਨਾ, ਅਗਰ ਉਹਨਾਂ ਦਾ ਕੋਈ ਆਪਣਾ ਬੰਦਾ ਮੁਸੀਬਤ 'ਚ ਫਸਿਆ ਹੋਏਗਾ ਨਾ, ਉਹ ਸਾਨੂੰ ਪਹਿਲੇ ਲੱਤ ਮਾਰ ਕੇ ਪਰੇ ਨੁੱਕਰ 'ਚ ਸੁੱਟੇਂਗੇ, ਆਪਣੇ ਬੰਦੇ ਨੂੰ ਸੈੱਟ ਕਰਕੇ ਫਿਰ ਸੋਚेंगे ਕਿਹਦਾ ਕਰਨਾ ਕਿ ਨਹੀਂ ਕਰਨਾ। ਇਹ ਸਿੱਧੀ ਸਾਫ਼ ਗੱਲ ਹੈਗੀ ਹੈ। ਠੀਕ ਹੈ। ਸਾਨੂੰ ਵੀ ਫਿਰ ਆਪਣੇ ਬੰਦੇ ਦੇ ਬਾਰੇ ਐਕਸਪੀਰੀਅੰਸ ਹੈਗਾ ਭਾਈ, ਸੋਚਣਾ ਚਾਹੀਦਾ। ਠੀਕ ਹੋ ਗਿਆ, ਓਕੇ ਕਰੋ ਫਿਰ ਚਲੀਏ ਬਾਹਰ। ਅੱਜ ਹੁਣ ਅਸੀਂ ਨਾ ਚੱਲੇ ਆ, ਮੈਂ ਕੰਮ ਕਰਾਂਗਾ, ਇਹ ਮੇਰੇ ਨਾਲ ਪਿੱਛੇ ਬਹੇਗਾ। ਇਹਨੂੰ ਅੱਜ ਵੀ ਛੁੱਟੀ ਹੈ, ਇਹਨੂੰ ਅੱਜ ਕੰਮ ਵਿਖਾਣਾ ਜਾਪਾਨ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਿਸ ਤਰ੍ਹਾਂ ਹੁੰਦਾ ਹੈ। ਉਹ ਅਗਲਾ ਵਲੌਗ ਉਹ ਫੂਡ ਡਿਲੀਵਰੀ ਦੇ ਬਾਰੇ ਚ ਹੋਏਗਾ। ਅਸੀਂ ਦੋਵੇਂ ਭਰਾ ਰਲ ਕੇ ਫੂਡ ਡਿਲੀਵਰੀ ਕਰਾਂਗੇ, ਠੀਕ ਹੈ ਨਾ। ਤੇ ਅੱਧੇ ਪੈਸੇ ਹੈਗੇ ਐਂਡ ਤੇ ਉਹ ਬਾਅਦ ਚ ਡਿਸਾਈਡ ਕਰਾਂਗੇ। ਠੀਕ ਹੈ ਫਿਰ ਚਲੀਏ ਫਿਰ, ਹੈ ਚਲੋ ਓਕੇ।